ਬਹੁਤ ਕਾਮਨ ਜਿਹੜੀ ਚੀਜ਼ ਹੈ ਅੱਜ ਦੀ ਜਨਰੇਸ਼ਨ ਦੇ ਵਿੱਚ ਇਹ ਹੈ ਕਿ ਉਹ ਅੱਡ ਬਹੁਤ ਛੇਤੀ ਹੋ ਜਾਂਦੇ ਨੇ। ਜਿੰਨੀ ਛੇਤੀ ਰਿਸ਼ਤਾ ਬਣਾਉਂਦੇ ਨੇ ਉਨੀ ਜਲਦੀ ਅੱਡ ਹੋ ਜਾਂਦੇ ਨੇ। ਤੇ ਪਹਿਲੀ ਚੀਜ਼ ਹੈ ਪੇਸ਼ੈਂਸ, ਦੂਜਾ ਹੈ ਮਦਰ ਦਾ ਇਨਵੋਲਵਮੈਂਟ। ਮੈਨੂੰ ਲੱਗਦਾ ਮਦਰ ਦਾ ਇੰਨਾ ਜ਼ਿਆਦਾ ਕੁੜੀ ਦੇ ਘਰ ਇਨਵੋਲਵਮੈਂਟ ਹੁੰਦਾ ਹੈ ਕਿ ਉਹ ਮਾੜਾ ਜਿਹਾ ਵੀ ਜੇ ਕੁਝ ਹੋ ਜਾਵੇ ਕੁੜੀ ਫਟਾਫਟ ਫੋਨ ਕਰ ਦਿੰਦੀ ਸੀ। ਕੁਝ ਹੋਇਆ ਨਹੀਂ ਤੇ ਨਾਲ ਹੀ ਫੋਨ ਕਰਤਾ ਮਾਂ ਨੂੰ ਤੇ ਉਧਰੋਂ ਭੜਕਾਤਾ। ਤੇ ਦੂਜਾ ਕਾਰਨ ਮਦਰਸ ਵੀ ਹੁੰਦੀਆਂ ਨੇ। ਤੇ ਤੀਜਾ ਈਗੋ। ਫਰੀडम ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਕਪਲਸ ਦੇ ਵਿੱਚ। ਜੇ ਫਰੀडम ਨਹੀਂ ਹੈਗੀ ਤਾਂ ਫਿਰ ਅੰਤ ਦੇ ਵਿੱਚ ਉਹ ਇੱਕ ਦੂਜੇ ਨੂੰ ਜੇ ਰੋਕਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਬਹੁਤ ਔਖਾ ਹੈ ਇੱਕ ਦੂਜੇ ਦੇ ਨਾਲ ਸਰਵਾਈਵ ਵੀ ਕਰਨਾ ਬਹੁਤ ਔਖਾ ਹੈ, ਕਿਉਂਕਿ ਮਾਂ ਪਿਓ ਦੇ ਘਰ ਉਹਨਾਂ ਨੂੰ ਰੋਕ ਟੋਕ ਨਹੀਂ ਹੁੰਦੀ ਤੇ ਵਿਆਹ ਤੋਂ ਬਾਅਦ ਫਿਰ ਉਹਨਾਂ ਨੂੰ ਰੋਕ ਟੋਕ ਜਦੋਂ ਹੁੰਦੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਭਈ ਇਹ ਤਾਂ ਬਹੁਤ ਜ਼ਿਆਦਾ ਔਖਾ ਹੈ। ਮੈਂ ਐਟ ਪ੍ਰੈਜ਼ੈਂਟ 3 ਡਿਵੋਰਸਿਸ ਖੁਦ ਕਰਾ ਚੁੱਕੀ ਹਾਂ ਮੈਂ, ਤੇ 2 ਡਿਵੋਰਸ ਕੇਸਿਸ ਮੇਰੇ ਚੱਲ ਰਹੇ ਨੇ। ਕੋਈ ਰੀਜ਼ਨ ਨਹੀਂ ਸੀਗਾ, ਇੱਕ ਸਿਰਫ ਈਗੋ ਤੇ ਮਤਲਬ ਇੱਕ ਛੋਟੀ ਚੀਜ਼ ਤੇ ਜਿੱਦਾਂ ਅੜ ਨਹੀਂ ਜਾਂਦੇ ਕਿ ਨਹੀਂ ਮੈਂ ਨਹੀਂ ਮੰਨਣਾ, ਤੂੰ ਜੋ ਮਰਜ਼ੀ ਕਰ ਲਾ। ਕਿ ਬੱਚਿਆਂ ਦੀ ਜ਼ਿੰਦਗੀ ਮਾਂ ਪਿਓ ਦੇ ਨਾਲ ਹੀ ਹੁੰਦੀ ਹੈ। ਜੇ ਇੱਕ ਚਾਈਲਡ ਮਤਲਬ ਇੱਕ ਪੈਰੈਂਟ ਦੇ ਨਾਲ ਬੱਚਾ ਰਹਿੰਦਾ ਹੈ ਨਾ ਤੇ ਮੈਨੂੰ ਲੱਗਦਾ ਹੈ ਕਿ ਉਸ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ, ਕਿਉਂਕਿ ਇੱਕ ਪੈਰੈਂਟ ਦੀ ਪਰਵਰਿਸ਼ ਤੋਂ ਵਰਜਿਤ ਰਹਿ ਜਾਂਦਾ ਹੈ। ਤੇ ਕਈ ਕੇਸਿਸ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਦੋਨੋਂ ਪੈਰੈਂਟ ਆਪਸ ਦੇ ਵਿੱਚ ਲੜ ਰਹੇ ਹੁੰਦੇ ਨੇ ਕਿ ਮੈਂ ਬੱਚਾ ਰੱਖਣਾ ਜਾਂ ਮੈਂ ਬੱਚਾ ਰੱਖਣਾ, ਬਟ ਸਾਡਾ ਲਾਅ ਹਮੇਸ਼ਾ ਮਤਲਬ ਜਨਰਲ ਬਾਇਸਡ ਹੀ ਹੁੰਦਾ ਹੈ ਕਿ ਕੁੜੀ ਦੇ ਕੋਲ ਹੀ ਬੱਚਾ ਰਹਿੰਦਾ, ਕਿਉਂਕਿ ਇੱਕ ਮਾਂ ਹੀ ਬੱਚੇ ਦੀ ਪਰਵਰਿਸ਼ ਵਧੀਆ ਕਰ ਸਕਦੀ। ਪਰ ਮੈਨੂੰ ਲੱਗਦਾ ਹੈ ਕਿ ਇਹ ਗਲਤ ਹੈ, ਪਿਓ ਵੀ ਕਰ ਸਕਦਾ। ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਇੰਨੀ ਜ਼ਿਆਦਾ ਵਿਜੀਲੈਂਟ ਹੋ ਗਈ ਹੈ ਤੇ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਡਿਵੋਰਸਿਸ ਬਹੁਤ ਜ਼ਿਆਦਾ ਹੋ ਰਹੇ ਨੇ। ਸਤਿ ਸ਼੍ਰੀ ਅਕਾਲ। ਵਨ ਇੰਡੀਆ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਅਮਨਦੀਪ। ਅੱਜ ਕੱਲ੍ਹ ਦੀ ਜਨਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਕੇ ਸੁਣ ਕੇ ਹੈਰਾਨ ਹੋ ਜਾਂਦੇ ਔਰ ਕੁਝ ਕੇਸਿਸ ਇੱਦਾਂ ਦੇ ਨੇ ਜਿਨ੍ਹਾਂ ਵਿੱਚੋਂ ਇੱਕ ਬਹੁਤ ਕਾਮਨ ਚੀਜ਼ ਹੈ ਉਹ ਹੈ ਰਿਸ਼ਤੇ ਟੁੱਟਣਾ, ਡਾਈਵੋਰਸ। ਸੋ ਡਾਈਵੋਰਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਔਰ ਬਹੁਤ ਸਾਰੇ ਕੇਸਿਸ ਅੱਜ ਦੀ ਜਨਰੇਸ਼ਨ ਦੇ ਇੱਦਾਂ ਦੇ ਨੇ ਕਿ ਇੱਕ ਦੂਸਰੇ ਦਾ ਸਾਥ ਦੇਣੋਂ ਪਿੱਛੋਂ ਹਟ ਜਾਂਦੇ ਨੇ। ਸੋ ਕੀ ਕਾਰਨ ਨੇ, ਕਿਉਂ ਡਾਈਵੋਰਸ ਇੰਨੇ ਜ਼ਿਆਦਾ ਹੁੰਦੇ ਆ, ਕੀ ਕਾਰਨਾਂ ਕਰਕੇ ਬੱਚੇ ਇੱਕ ਦੂਜੇ ਤੋਂ ਪਿੱਛੇ ਨੱਠਦੇ ਨੇ, ਇਹਨਾਂ ਸਾਰੇ ਸਵਾਲਾਂ ਦਾ ਜਵਾਬ ਸਾਡੇ ਨਾਲ ਦੇਣਗੇ ਐਡਵੋਕੇਟ ਮੁਸਕਾਨ ਸ਼ਰਮਾ ਜੀ। ਮੁਸਕਾਨ ਜੀ, ਬਹੁਤ ਬਹੁਤ ਸਵਾਗਤ ਹੈ ਵਨ ਇੰਡੀਆ ਪੰਜਾਬੀ ਤੇ। ਥੈਂਕ ਯੂ ਸੋ ਮਚ ਵਨ ਇੰਡੀਆ ਪੰਜਾਬੀ ਨੂੰ ਕਿ ਉਹਨਾਂ ਨੇ ਮੈਨੂੰ ਇੰਨਾ ਵਧੀਆ ਓਪਰਚੁਨਿਟੀ ਦਿੱਤੀ ਕਿ ਮੈਂ ਆਪਣੇ ਵਿਊ ਸਾਂਝੇ ਕਰ ਸਕਾਂ ਉਹਨਾਂ ਦੇ ਨਾਲ, ਤੇ ਸਾਰੇ ਦਰਸ਼ਕ ਨੂੰ ਵੀ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਦੇਖਣਾ ਹੈ। ਅੱਛਾ ਮੁਸਕਾਨ ਜੀ, ਜਿਵੇਂ ਮੈਂ ਕਿਹਾ ਕਿ ਬਹੁਤ ਕਾਮਨ ਜਿਹੜੀ ਚੀਜ਼ ਹੈ ਅੱਜ ਦੀ ਜਨਰੇਸ਼ਨ ਦੇ ਵਿੱਚ ਇਹ ਹੈ ਕਿ ਉਹ ਅੱਡ ਬਹੁਤ ਛੇਤੀ ਹੋ ਜਾਂਦੇ ਨੇ। ਜਿੰਨੀ ਛੇਤੀ ਰਿਸ਼ਤਾ ਬਣਾਉਂਦੇ ਨੇ ਉਨੀ ਜਲਦੀ ਅੱਡ ਹੋ ਜਾਂਦੇ ਨੇ। ਸੋ ਬੇਸਿਕ ਕਿਹੜੇ ਕਾਰਨ ਤੁਸੀਂ ਦੇਖਦੇ ਹੋ ਕਿ ਉਹਨਾਂ ਦਾ ਡਾਈਵੋਰਸ ਹੋ ਜਾਂਦਾ ਹੈ? ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਹੈ ਕਿ ਪੇਸ਼ੈਂਸ ਨਹੀਂ ਹੈਗੀ ਸਾਡੀ ਜਨਰੇਸ਼ਨ ਦੇ ਵਿੱਚ, ਕਿ ਬਹੁਤ ਘੱਟ ਪੇਸ਼ੈਂਸ ਹੈ। ਮੇਰੇ ਪਾਪਾ ਵੀ ਮੈਨੂੰ ਕਦੀ ਕਦੀ ਕਹਿ ਦਿੰਦੇ ਕਿ ਪੁੱਤਰ ਜੀ ਤੁਸੀਂ ਥੋੜ੍ਹਾ ਪੇਸ਼ੈਂਸ ਰੱਖਿਆ ਕਰੋ, ਚੀਜ਼ਾਂ ਇੱਕਦਮ ਨਹੀਂ ਹੋ ਜਾਂਦੀਆਂ। ਤੇ ਪਹਿਲੀ ਚੀਜ਼ ਹੈ ਪੇਸ਼ੈਂਸ, ਦੂਜਾ ਹੈ ਮਦਰ ਦਾ ਇਨਵੋਲਵਮੈਂਟ। ਮੈਨੂੰ ਲੱਗਦਾ ਮਦਰ ਦਾ ਇੰਨਾ ਜ਼ਿਆਦਾ ਕੁੜੀ ਦੇ ਘਰ ਇਨਵੋਲਵਮੈਂਟ ਹੁੰਦਾ ਹੈ ਕਿ ਉਹ ਮਾੜਾ ਜਿਹਾ ਵੀ ਜੇ ਕੁਝ ਹੋ ਜਾਵੇ ਕੁੜੀ ਫਟਾਫਟ ਫੋਨ ਕਰ ਦਿੰਦੀ ਸੀ। ਪਹਿਲੇ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀਗਾ ਕਿ ਕੁੜੀਆਂ ਫੋਨ ਹੀ ਨਹੀਂ ਹੁੰਦੇ ਸੀ। ਮੇਰੀ ਖੁਦ ਦੀ ਮੰਮੀ ਕਹਿੰਦੇ ਕਿ ਚਿੱਠੀ ਜਦੋਂ ਆਉਂਦੀ ਸੀ ਮਹੀਨੇ ਬਾਅਦ ਪਹੁੰਚਦੀ ਸੀ, ਉਨੀ ਦੇਰ ਤੱਕ ਤਾਂ ਘਰ ਦਾ ਮਾਹੌਲ ਹੀ ਠੀਕ ਹੋ ਜਾਂਦਾ ਸੀਗਾ ਤੇ ਉਹ ਗੱਲ ਹੀ ਨਹੀਂ ਰਹਿੰਦੀ ਸੀ। ਪਰ ਅੱਜ ਦੇ ਟਾਈਮ ਕੁਝ ਹੋਇਆ ਨਹੀਂ ਤੇ ਨਾਲ ਹੀ ਫੋਨ ਕਰਤਾ ਮਾਂ ਨੂੰ ਤੇ ਉਧਰੋਂ ਭੜਕਾਤਾ। ਤੇ ਦੂਜਾ ਕਾਰਨ ਮਦਰਸ ਵੀ ਹੁੰਦੀਆਂ ਨੇ। ਤੇ ਤੀਜਾ ਈਗੋ। ਮੈਨੂੰ ਲੱਗਦਾ ਈਗੋਜ਼ ਬਹੁਤ ਨੇ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਮੁੰਡੇ ਵੀ ਉਹਨੇ ਪੜ੍ਹੇ ਨੇ ਤੇ ਕੁੜੀਆਂ ਵੀ ਉਹਨੇ ਪੜ੍ਹੀਆਂ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਉੱਚਾ ਹਾਂ ਜਾਂ ਮੈਂ ਉੱਚੀ ਹਾਂ। ਪਹਿਲੇ ਹੁੰਦਾ ਸੀਗਾ ਕਿ ਸਾਡੀ ਪੈਟਰੀਆਰਕਲ ਸੁਸਾਇਟੀ ਹੁੰਦੀ ਸੀ ਕਿ ਮੁੰਡੇ ਨੇ ਹੀ ਕਮਾਉਣਾ ਹੈ ਤੇ ਮੁੰਡੇ ਨੇ ਹੀ ਘਰ ਚਲਾਉਣਾ ਹੈ, ਤੇ ਅੱਜ ਕੱਲ੍ਹ ਕੁੜੀਆਂ ਵੀ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਨ ਨੂੰ ਤਿਆਰ ਹੈ। ਤੇ ਜੇ ਕੋਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਦੋਨਾਂ ਦੀ ਆਪਸ ਦੇ ਵਿੱਚ ਈਗੋ ਕਲੈਸ਼ ਹੋ ਜਾਂਦੀ ਹੈ। ਤੇ ਮੈਨੂੰ ਲੱਗਦਾ ਇਹ ਵੀ ਇੱਕ ਕਾਰਨ ਹੈ। ਤੇ ਮੈਨੂੰ ਇੱਕ ਹੋਰ ਕਾਰਨ ਲੱਗਦਾ ਕਿ ਫਰੀडम ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਕਪਲਸ ਦੇ ਵਿੱਚ। ਜੇ ਫਰੀडम ਨਹੀਂ ਹੈਗੀ ਤਾਂ ਫਿਰ ਅੰਤ ਦੇ ਵਿੱਚ ਉਹ ਇੱਕ ਦੂਜੇ ਨੂੰ ਜੇ ਰੋਕਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਬਹੁਤ ਔਖਾ ਹੈ ਇੱਕ ਦੂਜੇ ਦੇ ਨਾਲ ਸਰਵਾਈਵ ਵੀ ਕਰਨਾ ਬਹੁਤ ਔਖਾ ਹੈ, ਕਿਉਂਕਿ ਮਾਂ ਪਿਓ ਦੇ ਘਰ ਉਹਨਾਂ ਨੂੰ ਰੋਕ ਟੋਕ ਨਹੀਂ ਹੁੰਦੀ ਤੇ ਵਿਆਹ ਤੋਂ ਬਾਅਦ ਫਿਰ ਉਹਨਾਂ ਨੂੰ ਰੋਕ ਟੋਕ ਜਦੋਂ ਹੁੰਦੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਭਈ ਇਹ ਤਾਂ ਬਹੁਤ ਜ਼ਿਆਦਾ ਔਖਾ ਹੈ। ਮੁਸਕਾਨ ਜੀ, ਇੱਥੇ ਨਾ ਮੈਂ ਤੁਹਾਡੇ ਤੋਂ ਇੱਕ ਤੁਹਾਡੇ ਐਕਸਪੀਰੀਅੰਸ ਬਾਰੇ ਵੀ ਸਵਾਲ ਕਰਨਾ ਚਾਹਾਂਗੀ ਕਿ ਕਿੰਨੇ ਕੁ ਡਾਈਵੋਰਸ ਕੇਸਿਸ ਤੁਸੀਂ ਦੇਖੇ ਨੇ ਔਰ ਕੀ ਤੁਹਾਨੂੰ ਲੱਗਦਾ ਹੈ ਕਿ ਉਹ ਟੁੱਟਣੇ ਵਾਜਿਬ ਹੁੰਦੇ ਨੇ? ਜੀ ਮੈਨੂੰ 2 ਸਾਲ ਹੋ ਗਏ ਨੇ ਇਸ ਪ੍ਰੋਫੈਸ਼ਨ ਦੇ ਵਿੱਚ, ਬਤੌਰ ਕਿ ਮੈਂ ਇੰਡੀਪੈਂਡੈਂਟ ਪ੍ਰੈਕਟਿਸ ਕਰ ਰਹੀ ਹਾਂ। ਉਸ ਤੋਂ ਪਹਿਲਾਂ ਮੈਂ ਆਪਣੇ ਸੀਨੀਅਰ ਦੇ ਨਾਲ ਵੀ ਕੰਮ ਕਰਦੀ ਹੁੰਦੀ ਸੀ ਤੇ ਕਾਫੀ ਡਿਵੋਰਸ ਕੇਸਿਸ ਉਹਨਾਂ ਕੋਲ ਵੀ ਆਉਂਦੇ ਸੀ। ਪਰ ਮੈਂ ਜੇ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ ਤੇ ਮੈਂ ਐਟ ਪ੍ਰੈਜ਼ੈਂਟ 3 ਡਿਵੋਰਸਿਸ ਖੁਦ ਕਰਾ ਚੁੱਕੀ ਹਾਂ ਮੈਂ, ਤੇ 2 ਡਿਵੋਰਸ ਕੇਸਿਸ ਮੇਰੇ ਚੱਲ ਰਹੇ ਨੇ। ਤੇ ਦੇਖਿਆ ਜਾਵੇ ਤਾਂ ਕੋਈ ਰੀਜ਼ਨ ਨਹੀਂ ਸੀਗਾ, ਇੱਕ ਸਿਰਫ ਈਗੋ ਤੇ ਮਤਲਬ ਇੱਕ ਛੋਟੀ ਚੀਜ਼ ਤੇ ਜਿੱਦਾਂ ਅੜ ਨਹੀਂ ਜਾਂਦੇ ਕਿ ਨਹੀਂ ਮੈਂ ਨਹੀਂ ਮੰਨਣਾ, ਤੂੰ ਜੋ ਮਰਜ਼ੀ ਕਰ ਲਾ। ਬਸ ਇੱਥੇ ਗੱਲ ਆ ਕੇ ਮੁੱਕ ਜਾਂਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਆਪਾਂ ਨਹੀਂ ਗੱਲ ਮੰਨਣੀ, ਜੋ ਕਰਨਾ ਕਰ ਲਓ।
ਤੇ ਈਗੋ ਨੂੰ ਕਿੱਦਾਂ ਸੈਟੀਸਫਾਈ ਕਰਦੇ ਕੋਰਟਸ ਦੇ ਵਿੱਚ ਆ ਕੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਮੇਰੀ ਨਹੀਂ ਹੋ ਸਕੀ ਜਾਂ ਮੇਰਾ ਨਹੀਂ ਹੋ ਸਕਿਆ ਤਾਂ ਫਿਰ ਮੈਂ ਕਿਸੇ ਹੋਰ ਦਾ ਵੀ ਨਹੀਂ ਹੋਣ ਦੇਣਾ, ਤੇ ਟਾਈਮ ਬਰਬਾਦ ਕਰਨ ਵਾਸਤੇ ਉਹ ਕੋਰਟ ਦੇ ਵਿੱਚ ਆਉਂਦੇ ਨੇ। ਤੇ ਉਸ ਤੋਂ ਇਲਾਵਾ ਜੇ ਮੈਂ ਆਪਣੇ ਕੁਝ ਕੇਸਿਸ ਦੇ ਬਾਰੇ ਦੱਸਾਂ ਤੇ ਮੈਨੂੰ ਲੱਗਦਾ ਹੈ ਕਿ ਵਿਜੀਲੈਂਸ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਉਹੀ ਨਾ, ਮੋਬਾਈਲ ਦਾ ਯੁੱਗ ਆ ਗਿਆ ਤੇ ਮੋਬਾਈਲ ਦੇ ਯੁੱਗ ਦੇ ਨਾਲ ਨਾਲ ਕੁਛ ਮਾੜਾ ਜਿਹਾ ਹੋਇਆ ਨਹੀਂ ਤੇ ਨਾਲ ਹੀ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ। ਮਤਲਬ ਮੇਰਾ ਕੰਮ ਵੀ ਮੇਰਾ ਕਲਾਇੰਟ ਕਰਕੇ ਆਇਆ ਹੁੰਦਾ ਕਿ ਭਾਈ ਐਵੀਡੈਂਸ ਇਕੱਠੇ ਕਰਕੇ ਮੇਰੇ ਝੋਲੀ ਪਾ ਦੇਣੇ ਕਿ ਆਹ ਦੇਖੋ ਮੈਂ ਪੂਰਾ ਕੰਮ ਕੀਤਾ ਹੋਇਆ, ਕੁੜੀ ਨੇ ਆਹ ਕੀਤਾ, ਕੁੜੀ ਨੇ ਆਹ ਕੀਤਾ, ਆਹ ਕੀਤਾ, ਹੁਣ ਤੁਹਾਨੂੰ ਕੁਝ ਕਰਨਾ ਨਹੀਂ। ਫਿਰ ਬਾਅਦ 'ਚ ਉਲਟਾ ਸਾਨੂੰ ਹੀ ਕਹਿੰਦੇ ਕਿ ਤੁਹਾਨੂੰ ਫੀਸ ਦੀ ਕੀ ਲੋੜ, ਅਸੀਂ ਤਾਂ ਤੁਹਾਨੂੰ ਆਪਣੇ ਐਵੀਡੈਂਸ ਤਾਂ ਖੁਦ ਹੀ ਦੇ ਦਿੱਤਾ। ਤੇ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਇੰਨੀ ਜ਼ਿਆਦਾ ਵਿਜੀਲੈਂਟ ਹੋ ਗਈ ਹੈ ਤੇ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਡਾਈਵੋਰਸਿਸ ਬਹੁਤ ਜ਼ਿਆਦਾ ਹੋ ਰਹੇ ਨੇ। ਅੱਛਾ ਮੁਸਕਾਨ ਜੀ, ਜਦੋਂ ਨਾ ਅਸੀਂ ਕਈ ਵਾਰੀ ਦੋ ਮਾਸੂਮ ਚਿਹਰੇ ਆਪਸ 'ਚ ਟੁੱਟਦੇ ਦੇਖਦੇ, ਜਦੋਂ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਪੇਰੈਂਟਸ ਦਾ ਵੀ ਰੋਲ ਹੁੰਦਾ ਹੈ ਨਾ, ਵੀ ਉਹ ਕਈ ਵਾਰੀ ਮਾਵਾਂ ਦੀ ਇੰਟਰਫੇਰੈਂਸ ਜਿਹੜਾ ਰਿਸ਼ਤਾ ਤੋੜਾ ਦਿੰਦੀਆਂ ਨੇ, ਸੋ ਫੈਮਲੀਜ਼ ਦੀ ਇੰਟਰਫੇਰੈਂਸ ਔਰ ਉਹ ਰਿਸ਼ਤਾ ਦੋ ਮਾਸੂਮ ਜਿਹੜੇ ਹੁੰਦੇ ਨੇ, ਚਲੋ ਹੈ ਨਾ ਵੀ ਦੋ ਸਿਰ ਜੁੜਦੇ ਨੇ, ਤੇ ਉਹਨਾਂ ਨੂੰ ਅਲੱਗ ਕਰਨ ਦੇ ਵਿੱਚ ਕੀ ਤੁਸੀਂ ਕਦੀ ਪਰਸਨਲ ਕੋਸ਼ਿਸ਼ ਕੀਤੀ ਹੈ ਕਿ ਨਹੀਂ ਤੁਹਾਨੂੰ ਡਾਈਵੋਰਸ ਨਹੀਂ ਲੈਣਾ ਚਾਹੀਦਾ? ਹਾਂਜੀ, ਜੇ ਮੈਂ ਜਦੋਂ ਨਵੀਂ ਇਸ ਪ੍ਰੋਫੈਸ਼ਨ 'ਚ ਆਈ ਸੀ ਨਾ, ਮੇਰਾ ਫਰਸਟ ਸਟੈਪ ਇਹ ਹੁੰਦਾ ਸੀਗਾ ਕਿ ਮੀਡੀਏਸ਼ਨ ਦੇ ਥਰੂ ਇਹਨਾਂ ਦੋਨਾਂ ਦੇ ਨਾ ਘਰ ਜੁੜਵਾਏ ਜਾਣ। ਜਿੱਦਾਂ ਇਹ ਪੁਲਿਸ ਸਟੇਸ਼ਨ ਜਾਂਦੇ ਨੇ, ਕੰਪਲੇਂਟ ਕਰਦੇ ਨੇ, ਤੇ ਉਹ ਵੀ ਕੋਸ਼ਿਸ਼ ਪਹਿਲੀ ਇਹੀ ਕਰਦੇ ਨੇ ਕਿ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਉਹਨਾਂ ਦਾ ਰਾਜ਼ੀਨਾਮਾ ਕਰਾ ਦਿੱਤਾ ਜਾਵੇ ਕਿ ਕਿਉਂ ਘਰ ਤੋੜਨੇ, ਇੱਕ ਦੂਜੇ ਦੇ ਵਾਪਸ ਜਾ ਕੇ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ, ਸਾਰੀਆਂ ਚੀਜ਼ਾਂ ਭੁੱਲ ਕੇ। ਪਰ ਉਹ ਨਹੀਂ ਹੋ ਪਾਉਂਦਾ। ਉਹੀ ਗੱਲ ਕਹੀ ਨਾ, ਉਹਨਾਂ ਦੇ ਮਨ ਦੇ ਵਿੱਚ ਰੰਜਿਸ਼ਾਂ ਹੀ ਇੰਨੀਆਂ ਹੋ ਜਾਂਦੀਆਂ ਕਿ ਤੂੰ ਇੰਨਾ ਇਹ ਕਰਤਾ, ਮੇਰੀ ਮਾਂ ਨੂੰ ਇਹ ਕਹਿਤਾ, ਤੂੰ ਉਹ ਕਰਤਾ। ਮਤਲਬ ਮੁਸਕਾਨ ਜੀ, ਇੱਥੇ ਇੱਕ ਸਵਾਲ ਹੋ ਰਿਹਾ, ਕਈ ਵਾਰੀ ਨਾ ਡਾਈਵੋਰਸ ਕੇਸਿਸ ਇੰਨੇ ਕੁ ਜ਼ਿਆਦਾ ਅੱਗੇ ਵੱਧ ਚੁੱਕੇ ਹੁੰਦੇ ਨੇ, ਕਈਆਂ ਦੇ ਬੱਚੇ ਹੁੰਦੇ ਨੇ, ਹੈ ਨਾ, ਸੋ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਡਾਈਵੋਰਸ ਕੇਸਿਸ ਹੁੰਦੇ ਬੱਚੇ ਦੀ ਜ਼ਿੰਦਗੀ ਵੀ ਖਰਾਬ ਕਰਦੇ ਨੇ? ਜੀ ਹਾਂ, ਇਹ ਤਾਂ ਮੈਨੂੰ ਲੱਗਦਾ ਹੈ ਕਿ ਬੱਚਿਆਂ ਦੀ ਜ਼ਿੰਦਗੀ ਮਾਂ-ਪਿਓ ਦੇ ਨਾਲ ਹੀ ਹੁੰਦੀ ਹੈ। ਜੇ ਇੱਕ ਮਤਲਬ ਇੱਕ ਪੈਰੈਂਟ ਦੇ ਨਾਲ ਬੱਚਾ ਰਹਿੰਦਾ ਹੈ ਨਾ, ਤੇ ਮੈਨੂੰ ਲੱਗਦਾ ਹੈ ਕਿ ਉਸ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ, ਕਿਉਂਕਿ ਇੱਕ ਪੈਰੈਂਟ ਦੀ ਪਰਵਰਿਸ਼ ਤੋਂ ਵਰਜਿਤ ਰਹਿ ਜਾਂਦਾ ਹੈ ਐਟ ਦੀ ਐਂਡ ਆਫ ਦ ਡੇ। ਤੇ ਫਿਰ ਉਹ ਡਿਸਟਰਬ ਚਾਈਲਡਹੁੱਡ ਹੁੰਦਾ ਉਸ ਬੱਚੇ ਦਾ, ਕਿ ਉਹਨੂੰ ਕਿਸੇ ਤੇ ਟਰਸਟ ਨਹੀਂ ਹੁੰਦਾ, ਉਹਨੂੰ ਹਰ ਚੀਜ਼ ਤੇ ਸ਼ੱਕ ਹੋਣ ਲੱਗ ਜਾਂਦਾ ਹੈ, ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਇੱਕ ਪੈਰੈਂਟ ਦਾ ਪਿਆਰ ਕੀ ਹੁੰਦਾ ਹੈ, ਕਿਉਂਕਿ ਉਹਨੂੰ ਸਿਰਫ ਇੱਕ ਹੀ ਪੈਰੈਂਟ ਦਾ ਮਿਲਦਾ ਹੈ। ਤੇ ਕਈ ਕੇਸਿਸ ਦੇ ਵਿੱਚ ਇੱਦਾਂ ਹੁੰਦਾ ਹੈ ਕਿ ਦੋਨੋਂ ਪੈਰੈਂਟ ਆਪਸ ਦੇ ਵਿੱਚ ਲੜ ਰਹੇ ਹੁੰਦੇ ਨੇ ਕਿ ਮੈਂ ਬੱਚਾ ਰੱਖਣਾ ਜਾਂ ਮੈਂ ਬੱਚਾ ਰੱਖਣਾ, ਬਟ ਸਾਡਾ ਲਾਅ ਹਮੇਸ਼ਾ ਮਤਲਬ ਜਨਰਲ ਬਾਇਸਡ ਹੀ ਹੁੰਦਾ ਕਿ ਕੁੜੀ ਦੇ ਕੋਲ ਹੀ ਬੱਚਾ ਰਹਿੰਦਾ, ਕਿਉਂਕਿ ਇੱਕ ਮਾਂ ਹੀ ਬੱਚੇ ਦੀ ਪਰਵਰਿਸ਼ ਵਧੀਆ ਕਰ ਸਕਦੀ। ਪਰ ਮੈਨੂੰ ਲੱਗਦਾ ਕਿ ਇਹ ਗਲਤ ਹੈ, ਪਿਓ ਵੀ ਕਰ ਸਕਦਾ ਹੈ। ਇਹ ਕਸਟਡੀ ਜਿਹੜੀ ਹੈ ਇਹ ਪੇਰੈਂਟ ਫਾਦਰ ਮਤਲਬ ਮੇਲ ਪੇਰੈਂਟ ਕੋ ਵੀ ਜਾਂਦੀ ਹੈ? ਜੀ ਹਾਂ, ਕਈ ਕੇਸਿਸ ਦੇ ਵਿੱਚ ਮੇਲ ਪੇਰੈਂਟ ਵੀ ਲੈ ਸਕਦਾ, ਪਰ ਸਾਡੀ ਲਾਅ ਜਿਹੜਾ ਹੈਗਾ ਉਹ ਕਹਿੰਦਾ ਕਿ 5 ਸਾਲ ਤੱਕ ਜਿਹੜੇ ਬੱਚੇ ਹੁੰਦੇ ਆ ਉਹ ਮਾਂ ਦੇ ਕੋਲ ਹੀ ਰਹਿੰਦੇ ਨੇ। ਬਾਕੀ 5 ਸਾਲ ਤੋਂ ਬਾਅਦ ਬੱਚੇ ਦੀ ਵੀ ਚੋਇਸ ਮੰਨੀ ਜਾਂਦੀ ਹੈ ਕਿ ਉਹ ਕਿਹਦੇ ਕੋਲ ਰਹਿਣਾ ਚਾਹੁੰਦਾ ਹੈ। ਜੇ ਬੱਚਾ ਕੰਫਰਟੇਬਲ ਹੈ ਮਾਂ ਦੇ ਕੋਲ ਰਹਿਣ ਲਈ ਤੇ ਉਹ ਮਾਂ ਕੋਲ ਵੀ ਰਹਿ ਸਕਦਾ, ਬਟ 5 ਸਾਲ ਤੱਕ ਤਾਂ ਬੱਚਾ ਮਾਂ ਕੋਲ ਹੀ ਰਹਿੰਦਾ ਹੈ। ਪਰ ਉਸ ਤੋਂ ਇਲਾਵਾ ਜਿਹੜਾ ਦੂਜਾ ਪੈਰੈਂਟ ਹੁੰਦਾ ਹੈ ਉਹਨਾਂ ਨੂੰ ਵਿਜ਼ਿਟਿੰਗ ਰਾਈਟਸ ਦਿੱਤੇ ਜਾਂਦੇ ਨੇ, ਪਰ ਜੇ ਮਦਰ ਨਹੀਂ ਚਾਹੁੰਦੀ ਹੈ ਤਾਂ ਉਹ ਵੀ ਰੋਕ ਕੇ ਜਾ ਸਕਦੇ ਨੇ। ਅੱਛਾ, ਮਤਲਬ ਜੇ ਫਾਦਰ ਮੇਲ, ਜੇ ਕਸਟਡੀ ਮਤਲਬ ਮਾਂ ਕੋਲ ਹੈ, ਤੇ ਜੇ ਮਾਂ ਮਤਲਬ ਫਾਦਰ ਨੂੰ ਵਿਜ਼ਿਟਿੰਗ ਓਪਰਚੁਨਿਟੀ ਦਿੱਤੀ ਜਾਂਦੀ ਹੈ, ਰਾਈਟਸ ਦਿੱਤੇ ਜਾਂਦੇ ਨੇ, ਤਾਂ ਮਾਂ ਉਹ ਵੀ ਖੋ ਸਕਦੀ ਹੈ? ਜੀ ਹਾਂ, ਸਾਡਾ ਜਿੱਦਾਂ ਲਾਅ ਹੈਗਾ ਡੋਮੈਸਟਿਕ ਵਾਇਲੈਂਸ ਐਕਟ, ਉਹਦੇ ਵਿੱਚ ਇੱਕ ਔਰਤ ਨੂੰ ਬਹੁਤ ਸਾਰੇ ਹੱਕ ਦਿੱਤੇ ਗਏ ਨੇ। ਉਹਨੂੰ ਜੇ ਮੁੰਡੇ ਦੇ ਨਾਲ ਰਹਿਣਾ ਵੀ ਹੈ ਇੱਕ ਘਰ ਦੇ ਅੰਦਰ, ਤੇ ਉਹਨੂੰ ਉਸ ਘਰ 'ਚ ਵੀ ਅਲੱਗ ਹਿੱਸਾ ਮਿਲ ਸਕਦਾ ਹੈ ਕਿ ਹਸਬੈਂਡ ਉਸ ਏਰੀਆ ਦੇ ਵਿੱਚ ਨਹੀਂ ਆਏਗਾ ਜਿਸ ਏਰੀਆ ਦੇ ਵਿੱਚ ਲੇਡੀ ਰਹਿ ਰਹੀ ਹੈ, ਬਟ ਵਿਜ਼ਿਟਿੰਗ ਰਾਈਟਸ ਵੀ ਮਿਲ ਸਕਦੇ ਨੇ, ਮੋਨੀਟਰੀ ਰਾਈਟਸ ਵੀ ਮਿਲ ਸਕਦੇ ਨੇ ਇੱਕ ਔਰਤ ਨੂੰ, ਤੇ ਇਹ ਸਾਰੇ ਰਾਈਟਸ ਉਹਦੇ ਵਿੱਚ ਦਿੱਤੇ ਜਾਂਦੇ ਨੇ ਉਸ ਪਾਰਟਿਕੂਲਰ ਲੇਡੀ ਨੂੰ। ਤੇ ਉਹ ਲੇਡੀ ਆਪਣੇ ਹਸਬੈਂਡ ਤੋਂ ਰਾਈਟਸ ਛੀਨ ਵੀ ਸਕਦੀ ਹੈ ਆਫਟਰ ਡਾਈਵੋਰਸ, ਕਿ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੱਚੇ ਦੇ ਨਾਲ ਇਸ ਇਨਸਾਨ ਦਾ ਕੋਈ ਵੀ ਲੈਣਾ ਦੇਣਾ ਹੋਵੇ। ਅੱਛਾ ਮੁਸਕਾਨ ਜੀ, ਲਵ ਮੈਰਿਜਸ ਐਂਡ ਅਰੇਂਜ ਮੈਰਿਜ ਤਾਂ ਮੈਰਿਜ ਹੁੰਦੀ, ਪਰ ਇਹਨੂੰ ਦੋ ਕੈਟਾਗਰੀਜ਼ ਦੇ ਵਿੱਚ ਵੰਡਿਆ ਗਿਆ, ਜਦੋਂ ਆਪਣੀ ਪਸੰਦ ਨਾਲ ਕਰ ਲਓ ਤੇ ਲਵ ਮੈਰਿਜ ਘਰਦਿਆਂ ਦੀ ਪਸੰਦ ਨਾਲ ਹੋ ਗਿਆ ਤੇ ਅਰੇਂਜ ਮੈਰਿਜ। ਸੋ ਜ਼ਿਆਦਾ ਕੇਸਿਸ ਕਿਹੜੇ ਨੇ ਜਿਹੜੇ ਡਾਈਵੋਰਸ ਵੱਲ ਨੱਠਦੇ ਨੇ? ਵੈਸੇ ਤਾਂ ਮੇਰੇ ਹਿਸਾਬ ਨਾਲ ਲਵ ਮੈਰਿਜਸ ਵਾਲੇ ਵੀ ਇਕੁਅਲੀ ਉਨੇ ਹੈਗੇ ਆ ਡਾਈਵੋਰਸ ਕੇਸਿਸ ਜਿੰਨੇ ਅਰੇਂਜ ਮੈਰਿਜਸ ਵਾਲੇ ਹੈਗੇ ਆ, ਬਟ ਕਈ ਨਾ ਕਈ ਅਰੇਂਜ ਮੈਰਿਜਸ ਵਾਲੇ ਥੋੜ੍ਹਾ ਐਡਜਸਟ ਕਰ ਲੈਂਦੇ ਆਪਸ ਦੇ ਵਿੱਚ। ਮੈਂ ਜਿੰਨੇ ਵੀ ਅੱਜ ਤੱਕ ਕੇਸ ਦੇਖੇ ਉਹ ਲਵ ਮੈਰਿਜਸ ਵਾਲੇ ਜ਼ਿਆਦਾ ਦੇਖੇ ਆ, ਪਰ ਫਿਰ ਮੈਨੂੰ ਲੱਗਦਾ ਇੱਕ ਪੁਆਇੰਟ 'ਤੇ ਕਿ ਜਦ ਵਿਆਹ ਤੋਂ ਬਾਅਦ ਵੀ ਤੁਹਾਡੀ ਨਹੀਂ ਬਣਦੀ ਪਈ ਤੇ ਵਿਆਹ ਤੋਂ ਪਹਿਲਾਂ ਤੁਹਾਨੂੰ ਇੱਕ ਦੂਜੇ ਦੇ ਬਾਰੇ ਪੂਰਾ ਪਤਾ ਹੁੰਦਾ ਹੈ, ਤੇ ਉਸ ਤੋਂ ਬਾਅਦ ਕਿਉਂ ਤੁਸੀਂ ਆਪਣਾ ਘਰ ਵੀ ਖਰਾਬ ਕਰਦੇ ਹੋ, ਆਪਣੇ ਪੈਰੈਂਟਸ ਦਾ ਵੀ ਖਰਾਬ ਕਰਦੇ ਹੋ, ਤੇ ਮੁੰਡੇ ਦਾ ਵੀ ਘਰ ਖਰਾਬ ਕਰਦੇ ਹੋ। ਕੋਈ ਇਹਦੇ ਵਿੱਚ ਬੈਲੈਂਸ ਨਹੀਂ ਹੈਗਾ। ਲਵ ਮੈਰਿਜਸ ਦਾ ਵੀ ਉਨਾ ਹੀ ਹੁਣ ਅੱਜ ਕੱਲ੍ਹ ਡਾਈਵੋਰਸ ਕੇਸਿਸ ਵੱਧ ਰਹੇ ਨੇ ਜਿੰਨੇ ਕਿ ਸਾਡੇ ਅਰੇਂਜ ਮੈਰਿਜ ਦੇ ਵਿੱਚ ਹੁੰਦੇ। ਬਸ ਇਹ ਹੁੰਦਾ ਕਿ ਅਰੇਂਜ ਮੈਰਿਜ ਦੇ ਵਿੱਚ ਬੱਚਿਆਂ ਨੂੰ ਆਪਣੇ ਪੈਰੈਂਟਸ 'ਤੇ ਬਲੇਮ ਸਿੱਟਣ ਦਾ ਇੱਕ ਮੌਕਾ ਮਿਲ ਜਾਂਦਾ ਕਿ ਤੁਸੀਂ ਜਾਂਚ ਪੜਤਾਲ ਨਹੀਂ ਕੀਤੀ, ਤੁਸੀਂ ਮੈਨੂੰ ਮੌਕਾ ਨਹੀਂ ਦਿੱਤਾ ਉਹਨੂੰ ਜਾਣਨ ਦਾ। ਇਹ ਤਾਂ ਬਸ ਬਹਾਨੇ ਬਣ ਗਿਆ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਬਟ ਲਵ ਮੈਰਿਜਸ ਦੇ ਵੀ ਡਾਈਵੋਰਸ ਕੇਸਿਸ ਇਕੁਅਲੀ ਨੇ। ਜੀ ਅੱਛਾ ਮੁਸਕਾਨ ਜੀ, ਕਦੀ ਇੱਦਾਂ ਹੋਇਆ ਕਿ
ਮਤਲਬ ਜਦੋਂ ਦੋ ਪਾਰਟਨਰਸ ਡਾਈਵੋਰਸ ਕਰਦੇ ਨੇ, ਕਦੀ ਕਿਸੇ ਨੂੰ ਝੁਕਦੇ ਹੋਏ ਦੇਖਿਆ, ਚਾਹੇ ਮੇਲ ਆ ਚਾਹੇ ਫੀਮੇਲ ਆ, ਕਿ ਚਲੋ ਰਿਸ਼ਤਾ ਬਚਾ ਲੈਂਦੇ, ਝੁਕ ਕੇ ਰਿਸ਼ਤਾ ਕਦੀ ਕਿਸੇ ਨੇ ਬਚਾਇਆ? ਜੀ ਹਾਂ, ਮੇਰੇ ਆਪਣੇ ਖੁਦ ਦੇ ਕੇਸ ਦੇ ਵਿੱਚ ਹੀ ਹੋਇਆ। ਮੈਂ ਉਹਨਾਂ ਦੀ ਕੌਨਫੀਡੈਂਸ਼ੀਅਲੀ ਰੱਖੂੰਗੀ ਨਾਮ, ਬਟ 1.5 ਸਾਲ ਤੋਂ ਉਸ ਲੇਡੀ ਦਾ ਕੇਸ ਚੱਲ ਰਿਹਾ ਸੀ ਮੇਰੇ ਕੋਲ, ਤੇ ਮੁੰਡਾ ਬਹੁਤ ਖੱਬੇ ਸੁਭਾਅ ਦਾ ਸੀਗਾ। ਤੇ ਐਟ ਦੀ ਐਂਡ ਆਫ ਦ ਡੇ ਜਦੋਂ ਉਹਦਾ ਮੁੰਡਾ 1.5 ਸਾਲ ਦਾ ਹੋ ਗਿਆ, ਤੇ ਉਹਨੂੰ ਲੱਗਾ ਕਿ ਮੈਨੂੰ ਲੱਗਦਾ ਕਿ ਮੈਂ ਮਾਰ ਖਾ ਲੂੰਗੀ ਉਹ ਮੁੰਡੇ ਕੋ ਜਾ ਕੇ, ਮੈਂ ਆਪਣੇ ਬੱਚੇ ਦਾ ਫਿਊਚਰ ਨਹੀਂ ਖਰਾਬ ਕਰਨਾ। ਮੈਂ ਚਾਹੁੰਦੀ ਕਿ ਮੇਰਾ ਬੱਚਾ ਕੱਲ ਕਿਸੇ ਨੇ ਜੇ ਦੂਜੀ ਜਗ੍ਹਾ ਵਿਆਹ ਕੀਤਾ ਤੇ ਨਾ ਉਹਨੇ ਮੈਂ ਰੱਖਿਆ ਬੱਚਾ, ਤੇ ਫਿਰ ਕੌਣ ਧਿਆਨ ਰੱਖੇਗਾ। ਤੇ ਉਹ ਵਾਪਸ ਜਾਣ ਨੂੰ ਤਿਆਰ ਸੀਗੀ ਉਸ ਮੁੰਡੇ ਕੋ, ਪਰ ਫਿਰ ਅੱਗੇ ਮੁੰਡੇ ਨੇ ਹੀ ਨਹੀਂ ਉਹਨੂੰ ਰੱਖਿਆ। ਕਈ ਐਦਾਂ ਦੇ ਕੇਸਿਸ ਵੀ ਹੁੰਦੇ ਆ ਕਿ ਉਹ ਕਹਿੰਦਾ ਹੁਣ ਮੈਂ ਤੈਨੂੰ ਰੱਖਣਾ ਹੀ ਨਹੀਂ ਹੈ, ਤੇ ਈਗੋ ਹਰਟ ਹੋ ਗਈ ਕਿ ਤੂੰ ਮੇਰੇ ਤੇ ਕੇਸ ਕੀਤਾ, ਮੇਰੇ ਪਿਓ ਨੂੰ ਜੇਲ੍ਹ ਭੇਜਿਆ, ਤੂੰ ਮੈਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ, ਮੇਰੇ ਤੇ ਕੇਸ ਕੀਤੇ, ਮੈਨੂੰ ਮੇਰਾ ਇੰਨੇ ਚੱਕਰ ਲਗਵਾਏ ਕੋਰਟ ਕਚਹਿਰੀਆਂ ਦੇ। ਉਹ ਨਾ ਈਗੋ ਹੀ ਇੰਨੀ ਵੱਡੀ ਹੋ ਗਈ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਮਾਂ ਪਿਓ ਥਰਡ ਪਰਸਨ ਵੀ ਨਹੀਂ ਬਿਠਾਉਣ ਦੀ ਲੋੜ ਪੈਂਦੀ ਸੀ, ਆਪਸ 'ਚ ਹੀ ਦੋਨਾਂ ਦੀ ਪਾਰਟੀਜ਼ ਦੇ ਵਿੱਚ ਰਾਜ਼ੀਨਾਮਾ ਹੋ ਜਾਂਦਾ ਸੀ, ਤਾਂ ਕਿ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ ਸੀ ਕਿ ਕਿਸੇ ਥਰਡ ਪਰਸਨ ਕੋਲ ਜਾ ਕੇ ਮੀਡੀਏਸ਼ਨ ਕਰਾਉਣ ਦੀ। ਬਟ ਅੱਜ ਕੱਲ੍ਹ ਕੋਰਟਸ ਇੰਨੇ ਐਕਸੈਸਿਬਲ ਹੋ ਗਏ ਨੇ ਸਾਰਿਆਂ ਵਾਸਤੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਕੁਝ ਕੇਸ ਹੋਇਆ ਨਹੀਂ, ਚਲੋ ਜੀ। ਅੱਛਾ, ਉਹ ਲੜਕਾ ਵੀ ਲੈ ਸਕਦਾ ਹੈ ਨਾ ਕੰਪਨਸੇਸ਼ਨ, ਜੇ ਲੜਕੀ ਕਹਿੰਦੀ। ਸੋ ਇੱਥੇ ਇੱਕ ਗੱਲ ਹੋਰ ਜਾਣਨਾ ਚਾਹਾਂਗੇ, ਕਈ ਵਾਰੀ ਨਾ ਮਿਥ ਵੀ ਹੈ, ਪਤਾ ਨਹੀਂ ਮੈਨੂੰ ਹੁਣ ਮੈਨੂੰ ਲਾਅ ਦੀ ਇੰਨੀ ਨੌਲੇਜ ਨਹੀਂ ਹੈਗੀ ਜਾਂ ਕੀ ਵੀ ਹੈ, ਕਹਿੰਦੇ ਕਿ ਜਦੋਂ ਲੇਡੀ ਡਾਈਵੋਰਸ ਮੰਗੇ ਤਾਂ ਉਹਨੂੰ ਖਰਚਾ ਪਾਣੀ ਨਹੀਂ ਦਿੱਤਾ ਜਾ ਸਕਦਾ, ਔਰ ਜੇ ਮੇਲ ਮੰਗੇ ਤਾਂ ਖਰਚਾ ਪਾਣੀ ਦੇਣਾ ਪੈਂਦਾ, ਇੱਦਾਂ ਦਾ ਕੁਝ ਹੈ? ਹਾਂ ਹੁੰਦਾ ਹੈ। ਦੇਖੋ ਸਾਡੇ 125 ਧਾਰਾ ਜਿਹੜੀ ਹੈਗੀ ਹੈ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੀ, ਜੇ ਅਸੀਂ ਉਹਨੂੰ ਆਪਾਂ ਮੱਦੇਨਜ਼ਰ ਰੱਖੀਏ, ਉਹਦਾ ਪ੍ਰੋਸੀਜਰ 126 ਦੇ ਵਿੱਚ ਦਿੱਤਾ ਹੋਇਆ, ਤੇ ਉਹਦੇ ਵਿੱਚ ਇਹੀ ਹੈਗਾ ਕੁਝ ਗਰਾਊਂਡਸ ਦਿੱਤੇ ਹੋਏ ਨੇ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਕਿ ਕਿਸ ਗਰਾਊਂਡ ਦੇ ਵਿੱਚ ਇੱਕ ਲੇਡੀ ਜੇ ਮੇਨਟੇਨੈਂਸ ਮੰਗਦੀ ਹੈ ਕਦੋਂ ਨਹੀਂ ਦਿੱਤੀ ਜਾਏਗੀ। ਪਹਿਲਾ ਜਿੱਦਾਂ ਤੁਸੀਂ ਕਿਹਾ ਕਿ ਜੇ ਉਹ ਖੁਦ ਡਾਈਵੋਰਸ ਮੰਗਦੀ ਹੈ। ਦੂਜਾ, ਜੇ ਉਹਦਾ ਕਿਸੇ ਹੋਰ ਦੇ ਨਾਲ ਇਲਿਸਿਟ ਰਿਲੇਸ਼ਨਸ਼ਿਪ, ਮਤਲਬ ਜੇ ਕਿਸੇ ਉਹਦਾ ਬਾਹਰ ਕਿਸੇ ਹੋਰ ਦੇ ਨਾਲ ਰਿਲੇਸ਼ਨਸ਼ਿਪ ਚੱਲ ਰਿਹਾ ਹੈ, ਉਹ ਹੋ ਗਿਆ। ਜਾਂ ਉਹਨੇ ਆਲਰੇਡੀ ਲਮਸਮ ਪੈਸਾ ਆਪਣੇ ਹਸਬੈਂਡ ਤੋਂ ਪਹਿਲੇ ਹੀ ਲੈ ਲਿਆ, ਤਾਂ ਫਿਰ ਉਹਨੂੰ ਮਹੀਨੇ ਦਾ ਖਰਚਾ ਨਹੀਂ ਦਿੱਤਾ ਜਾਏਗਾ। ਇਹ 3 ਗਰਾਊਂਡਸ ਨੇ ਜਿਸ ਬੇਸਿਸ ਤੇ ਜੇ ਵਾਈਫ ਇਹ ਤਿੰਨੋਂ ਚੀਜ਼ਾਂ ਕਰਦੀ ਹੈ ਤਾਂ ਉਹਨੂੰ ਕਦੀ ਮੇਨਟੇਨੈਂਸ ਨਹੀਂ ਮਿਲਦੀ। ਪਰ ਜੇ ਹਸਬੈਂਡ ਡਾਈਵੋਰਸ ਕਲੇਮ ਕਰ ਰਿਹਾ ਹੈ, ਦੇਖੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਭਾਵੇਂ ਡਾਈਵੋਰਸ ਕੋਈ ਵੀ ਕਰੇ, ਖਰਚਾ ਪਾਣੀ ਲੇਡੀ ਨੂੰ ਮਿਲ ਹੀ ਜਾਂਦਾ ਹੈ, ਮਿਲਣਾ ਹੀ ਮਿਲਣਾ ਹੈ। ਜੇ ਬੱਚਾ ਹੈਗਾ ਤਾਂ ਉਹਦਾ ਅਲੱਗ ਤੋਂ ਮਿਲਦਾ ਹੈ। ਪਰ ਇਹ 3 ਗਰਾਊਂਡਸ ਪ੍ਰੂਫ ਜੇ ਤੁਸੀਂ ਕੱਢ ਦੋ ਕੋਰਟ ਦੇ ਵਿੱਚ, ਫਿਰ ਉਸ ਲੇਡੀ ਨੂੰ ਮੇਨਟੇਨੈਂਸ ਨਹੀਂ ਮਿਲ ਸਕਦੀ ਜੀ। ਅੱਛਾ, ਡਾਈਵੋਰਸ ਦੀ ਗੱਲ ਹੋ ਰਹੀ ਹੈ, ਡਾਈਵੋਰਸ ਦੇ ਵਿੱਚ ਮੇਨਟੇਨੈਂਸ ਦੀ ਗੱਲ ਹੋ ਗਈ, ਪੈਸੇ ਦੀ ਗੱਲ ਹੋ ਗਈ। ਸੋ ਕਈ ਵਾਰੀ ਕੀ ਹੁੰਦਾ, ਮੇਲ ਕਹਿੰਦਾ ਮੈਂ ਡਾਈਵੋਰਸ ਲੈਣਾ, ਫੀਮੇਲ ਕਹਿੰਦੀ ਮੈਂ ਨਹੀਂ ਦੇਣਾ, ਕਈ ਵਾਰੀ ਫੀਮੇਲ ਕਹਿੰਦੀ ਮੈਂ ਡਾਈਵੋਰਸ ਲੈਣਾ, ਮੇਲ ਕਹਿੰਦਾ ਮੈਂ ਨਹੀਂ ਲੈਣਾ। ਸੋ ਉਹਨਾਂ ਕੇਸਿਸ ਨੂੰ ਕਿਵੇਂ ਹੈਂਡਲ ਕੀਤਾ ਜਾਂਦਾ ਹੈ? ਇਹ ਸਭ ਤੋਂ ਟੀਡੀਅਸ ਕੇਸਿਸ ਨੇ, ਮਤਲਬ ਕਹਿ ਲਓ ਕਿ ਗ੍ਰੇ ਏਰੀਆਜ਼ ਨੇ ਸਾਡੇ, ਹੈ ਨਾ। ਮਤਲਬ ਇੱਦਾਂ ਦੇ ਕੇਸਿਸ ਦੇ ਵਿੱਚ ਉਹ ਨਾ ਕੇਸ ਲਟਕਦੇ ਰਹਿੰਦੇ ਨੇ। ਮਤਲਬ ਫਿਰ ਐਟ ਦੀ ਐਂਡ ਆਫ ਦ ਡੇ ਇਹ ਕਿੱਦਾਂ ਕੰਪਰੋਮਾਈਜ਼ ਕੀਤੇ ਜਾਂਦੇ ਨੇ ਪੈਸਿਆਂ ਦੇ ਟਰਮਸ ਦੇ ਵਿੱਚ, ਕਿ ਜੇ ਦੋਨੋਂ ਪਾਰਟੀਜ਼ ਇੱਕ ਦੂਜੇ ਨੂੰ ਡਿਵੋਰਸ ਦੇਣ ਨੂੰ ਨਹੀਂ ਤਿਆਰ ਹੈਗੀਆਂ ਤਾਂ ਉਹੀ ਸੈਕਸ਼ਨ 13 ਦੇ ਹਿਸਾਬ ਨਾਲ ਫਿਰ ਇਹਨਾਂ ਦੇ ਡਿਵੋਰਸ ਲੱਗਦੇ ਨੇ, ਠੀਕ ਹੈ। ਤੇ ਫਿਰ ਉਹ ਚੱਲਦੇ ਰਹਿੰਦੇ ਨੇ, ਲੰਬੇ ਚੱਲਦੇ ਰਹਿੰਦੇ ਨੇ, 5-5 6-6 ਸਾਲ 10-10 ਸਾਲ ਵੀ ਲੱਗ ਜਾਂਦੇ ਨੇ, ਮਤਲਬ ਲਟਕਦੇ ਰਹਿੰਦੇ ਉਹ ਕੇਸਿਸ। ਫਿਰ ਲਾਸਟ ਦੇ ਵਿੱਚ ਦੋਨਾਂ ਪਾਰਟੀਜ਼ ਦੇ ਵਿੱਚ ਫਿਰ ਕੰਪਰੋਮਾਈਜ਼ ਹੁੰਦਾ ਹੈ, ਤਾਂ ਫਿਰ ਕੋਈ ਮਤਲਬ ਮਨੀ ਇਨਵੋਲਵ ਹੁੰਦੀ ਹੈ, ਤਾਂ ਫਿਰ ਛੱਡ ਦਿੰਦੇ ਨੇ ਉਹ। ਬੰਦੇ ਨੇ ਕਹਿ ਤਾ ਮੈਂ ਡਾਈਵੋਰਸ ਨਹੀਂ ਦੇਣਾ, ਔਰ ਉਸ ਤੋਂ ਬਾਅਦ ਫਿਰ ਸਮਝਾ ਕੇ ਜਾਂ ਡਾਈਵੋਰਸ ਦੇਣਾ ਪੈਂਦਾ, ਜਾਂ ਜਦੋਂ ਲੰਬਾ ਚਲਾ ਜਾਵੇ ਫਿਰ ਡਾਈਵੋਰਸ ਲੈਣਾ ਹੀ ਪੈਂਦਾ। ਸੋ ਆਖਿਰ ਤੇ ਕੀ ਕਹਿਣਾ ਚਾਹੋਗੇ, ਜਿੱਦਾਂ ਤੁਸੀਂ ਬਹੁਤ ਸਾਰੇ ਡਾਈਵੋਰਸ ਕੇਸਿਸ ਦੇਖ ਰਹੇ ਹੋ, ਚੱਲ ਰਹੇ ਨੇ, ਤੁਹਾਡੀ ਨਜ਼ਰਾਂ ਦੇ ਵਿੱਚ ਦੋ ਲੋਕ ਅਲੱਗ ਹੁੰਦੇ ਨੇ ਜੋ ਆਪਸ ਦੇ ਵਿੱਚ ਕਈ ਵਾਰੀ ਮਤਲਬ ਓਬਵੀਅਸਲੀ ਪਿਆਰ ਹੋਏਗਾ ਤਾਂ ਜੁੜੇ ਸੀ, ਤੇ ਜਦੋਂ ਅਲੱਗ ਹੁੰਦੇ ਨੇ, ਸੋ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਡਾਈਵੋਰਸ ਕੇਸਿਸ ਦੇ ਬਾਰੇ? ਸੀ ਮੈਂ ਖੁਦ ਮੈਰਿਡ ਨਹੀਂ ਹਾਂ, ਤੇ ਮੈਨੂੰ ਮੈਂ ਇੰਨੇ ਡਾਈਵੋਰਸ ਕੇਸਿਸ ਬਿਫੋਰ ਮੈਰਿਜ ਆਪਣੇ ਇੰਨੇ ਦੇਖ ਲਿਆ, ਤਾਂ ਥੋੜ੍ਹਾ ਜਿਹਾ ਤਾਂ ਇਸ ਇੰਸਟੀਟਿਊਸ਼ਨ ਦੇ ਉੱਤੇ ਵਿਸ਼ਵਾਸ ਤਾਂ ਘਟਦਾ ਹੀ ਹੈ ਬੰਦੇ ਦਾ। ਪਰ ਫਿਰ ਮੈਨੂੰ ਲੱਗਦਾ ਕਿ ਕੁਛ ਜੇ ਅੰਡਰਸਟੈਂਡਿੰਗ ਤੁਹਾਡੀ ਆਪਣੀ ਵੀ ਹੋਏਗੀ, ਹੈ ਨਾ, ਜੇ ਤੁਸੀਂ ਕੁਛ ਕੰਪਰੋਮਾਈਜ਼ ਕਰੋ, ਬਿਕੋਜ਼ ਲਾਈਫ ਇਜ਼ ਆਲ ਅਬਾਊਟ ਕੰਪਰੋਮਾਈਜ਼। ਜੇ ਤੁਸੀਂ ਕੰਪਰੋਮਾਈਜ਼ ਨਹੀਂ ਕਰੋਗੇ ਤਾਂ ਤੁਸੀਂ ਅਗਲੇ ਵਾਲੇ ਪਰਸਨ ਤੋਂ ਵੀ ਐਕਸਪੈਕਟ ਨਹੀਂ ਕਰ ਸਕਦੇ ਕਿ ਉਹ ਵੀ ਕੰਪਰੋਮਾਈਜ਼ ਕਰੇਗਾ ਹੀ ਕਰੇਗਾ। ਤੇ ਮੈਨੂੰ ਲੱਗਦਾ ਕਿ ਮੇਰੇ ਪੈਰੈਂਟਸ ਵੀ ਸਾਨੂੰ ਸਿਖਾਉਂਦੇ ਆ, ਮੇਰੀ ਭੈਣਾਂ ਨੂੰ ਵੀ ਇਹੀ ਸਿਖਾਉਂਦੇ ਕਿ ਕੰਪਰੋਮਾਈਜ਼ ਹੀ ਸਾਰਾ ਕੁਝ ਹੈਗਾ। ਜੇ ਤੁਸੀਂ ਕੰਪਰੋਮਾਈਜ਼ ਕਰੋਗੇ ਤਾਂ ਅਗਲਾ ਆਪਣੇ ਆਪ ਹੀ ਤੁਹਾਡੇ ਨਾਲ ਕੰਪਰੋਮਾਈਜ਼ ਕਰੇਗਾ। ਪਰ ਦੂਜੀ ਚੀਜ਼ ਇਹ ਵੀ ਹੈਗੀ ਕਿ ਜੇ ਲੜਾਈ ਹੋ ਹੀ ਗਈ ਹੈ, ਤੇ ਜੇ ਇੱਕ ਬੰਦਾ ਲੜ ਰਿਹਾ ਤਾਂ ਦੂਜੇ ਨੂੰ ਸ਼ਾਂਤ ਰਹੇਗਾ, ਤਾਂ ਆਪਣੇ ਆਪ ਲੜਾਈ, ਕਿਉਂਕਿ ਇਕੱਲਾ ਬੰਦਾ ਕਿੰਨਾ ਲੜੇਗਾ ਉਹ, ਤਾਂ ਫਿਰ ਆਪਣੇ ਆਪ ਹੀ ਮਾਹੌਲ ਸ਼ਾਂਤ ਹੋ ਜਾਏਗਾ। ਤੇ ਡਾਈਵੋਰਸ ਕੇਸਿਸ ਘੱਟ ਨੇ, ਇਹਦਾ ਤਾਂ ਮੈਂ ਕੋਈ ਸੋਲਿਊਸ਼ਨ ਦੇ ਨਹੀਂ ਸਕਦੀ, ਕਿਉਂਕਿ ਇਹ ਸਾਰਿਆਂ ਦੀ ਆਪਣੀ ਪਰਸਨਲ ਲਾਈਫ ਹੈ, ਉਹਨਾਂ ਦੀ ਪਰਸਨਲ ਚੋਇਸ ਹੈ। ਬਟ ਐਟ ਦੀ ਐਂਡ ਆਫ ਦ ਡੇ ਇਹੀ ਕਹਿ ਸਕਦੀ ਹਾਂ ਕਿ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ ਕਪਲਸ ਦੇ ਵਿੱਚ। ਥੋੜ੍ਹਾ ਜਿਹਾ ਟਾਈਮ ਦਿਓ, ਇੰਸਟੈਂਟ ਡਿਸੀਜਨਸ ਨਾ ਲਓ, ਕਿਉਂਕਿ ਸਾਡੀ ਜਨਰੇਸ਼ਨ ਹੈ ਇੰਸਟੈਂਟ ਡਿਸੀਜਨ ਲੈਣਾ, ਤੁੱਤ-ਫੁੱਟ, ਪੇਸ਼ੈਂਸ ਰੱਖਦੀ ਨਹੀਂ ਉਹ। ਤੇ ਪੇਸ਼ੈਂਸ ਰੱਖੋ ਤੇ ਉਹਦੇ ਨਾਲ ਸਾਰੇ ਡਿਸੀਜਨਸ ਲਓ। ਪੈਰੈਂਟਸ ਨੂੰ ਘੱਟ ਤੋਂ ਘੱਟ ਇਨਵੋਲਵ ਕਰੋ,
ਬੈਡਰੂਮ ਦੀ ਲੜਾਈ ਬੈਡਰੂਮ ਤੱਕ ਰੱਖੋ, ਜੇ ਤੁਸੀਂ ਉੱਥੇ ਤੱਕ ਰੱਖੋਗੇ ਤਾਂ ਬਹੁਤ ਲਾਈਫ ਸਿੰਪਲ ਰਹੇਗੀ, ਬਾਹਰ ਸ਼ੋ ਹੀ ਨਾ ਕਰੋ, ਕਿਉਂਕਿ ਜੇ ਤੀਜਾ ਬੰਦਾ ਇਨਵੋਲਵ ਹੋਏਗਾ ਤਾਂ ਫਿਰ ਮਿਰਚ ਮਸਾਲੇ ਤਾਂ ਫਿਰ ਪੈਂਦੇ ਹੀ ਨੇ, ਹੈ ਨਾ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਕੀਪ ਇਟ ਸਿੰਪਲ। ਬਹੁਤ ਬਹੁਤ ਸ਼ੁਕਰੀਆ ਮੁਸਕਾਨ ਜੀ ਇੰਨਾ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਔਰ ਖੂਬਸੂਰਤ ਵਿਚਾਰ ਸ਼ੇਅਰ ਕਰਨ ਦੇ ਲਈ। ਥੈਂਕ ਯੂ ਸੋ ਮਚ ਐਵਰੀਵਨ। ਸੋ ਤੁਸੀਂ ਦੇਖਿਆ ਕਿ ਡਾਈਵੋਰਸ ਕੇਸਿਸ ਅੱਜ ਦੀ ਜਨਰੇਸ਼ਨ ਦੇ ਵਿੱਚ ਕਿਉਂ ਆ, ਕਿਉਂਕਿ ਸਾਡੇ 'ਚ ਪੇਸ਼ੈਂਸ ਘੱਟ ਹੈ, ਇੱਕ ਦੂਜੇ ਨੂੰ ਕਹੀ ਗੱਲ ਅਸੀਂ ਬਰਦਾਸ਼ਤ ਨਹੀਂ ਕਰ ਪਾਉਂਦੇ ਔਰ ਬਹੁਤ ਸਾਰੇ ਹੋਰ ਕਾਰਨ ਨੇ ਜੋ ਮੁਸਕਾਨ ਜੀ ਉਹਨਾਂ ਨੇ ਦੱਸੇ ਕਿ ਇਹ ਕਾਰਨ ਨੇ ਔਰ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ ਔਰ ਕੀ ਡਾਈਵੋਰਸ ਕੇਸਿਸ ਦੇ ਵਿੱਚ ਚੱਲਣਾ ਵੀ ਪੈਂਦਾ। ਫਿਲਹਾਲ ਦੇ ਲਈ ਇੰਨਾ ਹੀ। ਕੈਮਰਾਮੈਨ ਨਿਖਿਲ ਦੇ ਨਾਲ ਮੈਂ ਅਮਨਦੀਪ, 1 ਇੰਡੀਆ ਪੰਜਾਬੀ। Subscribe to One India channel and never miss an update.